मेरे ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿਆਰੇ ਬੱਚਿਓ, ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 9ਵੀਂ ਕਲਾਸ ਮੈਥ ਦੀ ਵਰਕਸ਼ੀਟ ਨੰਬਰ 1 ਸੋਲਵ ਕਰਵਾਵਾਂਗੀ, ਜਿਹਦੇ ਵਿੱਚ ਅੱਜ ਅਸੀਂ ਫਸਟ ਚੈਪਟਰ ਨੰਬਰ ਸਿਸਟਮ ਦੀ ਰਿਵੀਜ਼ਨ ਕਰਾਂਗੇ। ਫਸਟ ਕੁਐਸਚਨ ਹੈ ਸੰਪੂਰਨ ਸੰਖਿਆਵਾਂ ਜਾਂ ਇੰਟੀਜਰਸ ਦੇ ਬਾਰੇ। ਤੇ ਸੰਪੂਰਨ ਸੰਖਿਆਵਾਂ ਕੀ ਹੁੰਦੀਆਂ ਨੇ? ਗਰੁੱਪ ਆਫ ਨੰਬਰਸ ਵਿਚ ਇਨਕਲੂਡ ਪੋਜ਼ਿਟਿਵ ਨੰਬਰਸ, ਨੈਗੇਟਿਵ ਨੰਬਰਸ ਐਂਡ ਜ਼ੀਰੋ। ਹੁਣ ਇਸ ਦੇ ਵਿੱਚ ਜ਼ੀਰੋ ਤਾਂ ਆਲਰੇਡੀ ਲਿਖਿਆ ਹੋਇਆ, ਕੋਈ ਵੀ ਇੱਕ ਬੱਚਿਓ ਪੋਜ਼ਿਟਿਵ ਨੰਬਰ ਲਿਖ ਦਿਓ ਅਤੇ ਕੋਈ ਵੀ ਇੱਕ ਨੈਗੇਟਿਵ ਨੰਬਰ ਲਿਖ ਦਿਓ। ਇੱਥੇ ਅਸੀਂ ਲਿਖ ਦਿੱਤਾ -1 ਔਰ ਦੂਸਰੇ ਸਰਕਲ ਦੇ ਵਿੱਚ ਅਸੀਂ ਲਿਖ ਦਿੰਦੇ ਹਾਂ +1। ਅਤੇ ਫਿਰ ਇਹ ਡੈਫੀਨੇਸ਼ਨ ਕੰਪਲੀਟ ਹੋ ਗਈ ਕਿ ਜਿਹਦੇ ਵਿੱਚ ਸਾਰੀਆਂ ਹੀ ਪੋਜ਼ਿਟਿਵ ਨੰਬਰਸ ਹੋਣ, ਸਾਰੇ ਹੀ ਨੈਗੇਟਿਵ ਨੰਬਰਸ ਹੋਣ ਅਤੇ ਜ਼ੀਰੋ ਵੀ ਹੋਵੇ, ਉਹਨਾਂ ਨੂੰ ਅਸੀਂ ਇੰਟੀਜ਼ਰਸ ਕਵਾਂਗੇ। ਇਹਦੀ ਜਗ੍ਹਾ 'ਤੇ ਤੁਸੀਂ -2 ਵੀ ਲਿਖ ਸਕਦੇ ਹੋ, +2 ਵੀ ਲਿਖ ਸਕਦੇ ਹੋ, ਜਾਂ ਕੋਈ ਵੀ ਹੋਰ ਨੰਬਰ ਬੱਚਿਓ ਲਿਖ ਸਕਦੇ ਹੋ। ਸੈਕਿੰਡ ਕੁਐਸਚਨ ਹੈ ਦ ਸਮੋਲੈਸਟ ਹੋਲ ਨੰਬਰ ਇਜ਼। ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੈ? ਹੁਣ ਪੂਰਨ ਸੰਖਿਆਵਾਂ ਕੀ ਨੇ? ਉਹ ਸੰਖਿਆਵਾਂ ਜਿਹੜੀਆਂ 0 ਤੋਂ ਸਟਾਰਟ ਹੁੰਦੀਆਂ ਨੇ। 0 1 2 3 ਅਪ ਟੂ ਇਨਫਿਨਿਟੀ। ਕਾਊਂਟਿੰਗ ਵਾਲੀ ਨੰਬਰਸ ਦੇ ਵਿੱਚ ਅਗਰ 0 ਨੂੰ ਵੀ ਇਨਕਲੂਡ ਕਰ ਲਿਆ ਜਾਵੇ ਤਾਂ ਉਹਨਾਂ ਨੂੰ ਹੋਲ ਨੰਬਰਸ ਕਹਿੰਦੇ ਨੇ। ਅਤੇ ਬੱਚੋ ਫਿਰ ਸਭ ਤੋਂ ਛੋਟਾ ਹੋਲ ਨੰਬਰ ਕਿਹੜਾ ਹੈ? 0। ਅਤੇ ਅਸੀਂ ਲਿਖ ਦਿੱਤਾ 0। ਥਰਡ ਕੁਐਸਚਨ ਹੈ ਸੰਖਿਆ 3 ਦਾ ਜੁੜਾਤਮਕ ਉਲਟ ਕੀ ਹੈ ਅਤੇ ਸੰਖਿਆ 3 ਦਾ ਗੁਣਾਤਮਕ ਉਲਟ ਕੀ ਹੈ? ਐਡੀਟਿਵ ਇਨਵਰਸ ਕੀ ਹੁੰਦਾ ਹੈ ਅਤੇ ਮਲਟੀਪਲੀਕੇਟਿਵ ਇਨਵਰਸ ਕੀ ਹੁੰਦਾ ਹੈ? ਸਭ ਤੋਂ ਪਹਿਲੇ ਉਹਦੇ ਬਾਰੇ ਜਾਣ ਲੈਂਦੇ ਹਾਂ। ਹਾਂਜੀ ਬੱਚੋ, ਇਸ ਐਗਜ਼ਾਮਪਲ ਦੇ ਵਿੱਚ ਇੱਕ ਨੰਬਰ ਲਿਖਿਆ ਹੋਇਆ ਉੱਪਰ -5। ਅਗਰ ਕੋਈ -5 ਕੋਈ ਵੀ ਨੰਬਰ ਹੈਗਾ ਨੈਗੇਟਿਵ ਦੇ ਵਿੱਚ, ਅਤੇ ਬੱਚੇ ਉਹਦਾ ਐਡੀਟਿਵ ਇਨਵਰਸ ਆਏਗਾ ਇਕੱਲਾ 5, ਮਤਲਬ ਪੋਜ਼ਿਟਿਵ ਦੇ ਵਿੱਚ। ਦੂਸਰੀ ਐਗਜ਼ਾਮਪਲ ਦੇ ਵਿੱਚ ਇੱਕ ਨੰਬਰ ਲਿਖਿਆ ਹੋਇਆ 14, ਉਹਦਾ ਜਿਹੜਾ ਐਡੀਟਿਵ ਇਨਵਰਸ ਹੈ ਉਹ ਲਿਖਿਆ ਹੋਇਆ -14। ਇਟ ਮੀਨਸ ਜੇ ਕੋਈ ਨੰਬਰ ਮਾਈਨਸ ਦੇ ਵਿੱਚ ਹੈ ਅਤੇ ਉਹਦਾ ਐਡੀਟਿਵ ਇਨਵਰਸ ਪੋਜ਼ਿਟਿਵ ਦੇ ਵਿੱਚ ਆ ਰਿਹਾ, ਜੇ ਕੋਈ ਪੋਜ਼ਿਟਿਵ ਨੰਬਰ ਹੈ ਅਤੇ ਉਹਦਾ ਐਡੀਟਿਵ ਇਨਵਰਸ ਮਾਈਨਸ ਦੇ ਵਿੱਚ ਆ ਰਿਹਾ। ਸਿਰਫ ਅਸੀਂ ਨਿਸ਼ਾਨ ਚੇਂਜ ਕਰ ਦੇਣੇ ਆ, ਪਲੱਸ ਤੋਂ ਮਾਈਨਸ, ਮਾਈਨਸ ਤੋਂ ਪਲੱਸ। ਮਲਟੀਪਲੀਕੇਟਿਵ ਇਨਵਰਸ ਦੇ ਵਿੱਚ ਅਸੀਂ ਡਿਨੋਮੀਨੇਟਰ ਨੂੰ ਨਿਊਮੀਰੇਟਰ ਅਤੇ ਨਿਊਮੀਰੇਟਰ ਨੂੰ ਡਿਨੋਮੀਨੇਟਰ ਬਣਾ ਲਵਾਂਗੇ। ਅੰਸ਼ ਨੂੰ ਹਰ ਅਤੇ ਹਰ ਨੂੰ ਅੰਸ਼ ਵਿੱਚ ਬਦਲ ਦੇਵਾਂਗੇ। ਜਿਵੇਂ ਕਿ ਨੰਬਰ 5 ਹੈ, ਉਹਦਾ ਮਲਟੀਪਲੀਕੇਟਿਵ ਇਨਵਰਸ ਹੋ ਗਿਆ 1/5। ਅਗਰ 1/5 ਨੰਬਰ ਹੈ ਅਤੇ ਉਹਦਾ ਮਲਟੀਪਲੀਕੇਟਿਵ ਇਨਵਰਸ ਹੋ ਗਿਆ 5। ਇਸੇ ਨੌਲੇਜ ਦੇ ਬੇਸ 'ਤੇ ਅਸੀਂ ਆਪਣਾ ਥਰਡ ਕੁਐਸਚਨ ਕੰਪਲੀਟ ਕਰਾਂਗੇ। ਥਰਡ ਕੁਐਸਚਨ ਦੇ ਵਿੱਚ 3 ਦਾ ਜੁੜਾਤਮਕ ਉਲਟ ਕਰਮ ਪੁੱਛਿਆ ਸੀਗਾ ਅਤੇ ਅਸੀਂ ਇੱਥੇ -3 ਲਿਖ ਦਾਂਗੇ। ਅਗਰ 3 ਦਾ ਗੁਣਾਤਮਕ ਉਲਟ ਕਰਮ ਪੁੱਛਿਆ ਹੈ ਅਤੇ ਅਸੀਂ 1/3 ਲਿਖ ਦਾਂਗੇ, ਕਿਉਂਕਿ ਬੱਚਿਓ ਜਿਹੜਾ ਇਕੱਲਾ 3 ਹੁੰਦਾ ਹੈ ਉਹਦੇ ਨੀਚੇ ਕੀ ਹੁੰਦਾ ਹੈ 1, ਅਤੇ ਫਿਰ ਇਹਨੂੰ ਉਲਟਾ ਕਰ ਦਿਓ ਅਤੇ ਬਣ ਗਿਆ 1/3। ਫੋਰਥ ਕੁਐਸਚਨ ਇੱਕ ਅਲਜੈਬਰਿਕ ਆਇਡੈਂਟੀਟੀ ਹੈ, ਇੱਕ ਫਾਰਮੂਲਾ ਹੈ a + b × a - b। ਇਹਦਾ ਫਾਰਮੂਲਾ ਤੁਸੀਂ ਯਾਦ ਰੱਖਣਾ ਹੈ a² - b²। ਇਹਨੂੰ ਅਸੀਂ ਇਸ ਫਾਰਮੂਲੇ ਨੂੰ ਅਸੀਂ ਇਸੇ ਵਰਕਸ਼ੀਟ ਦੇ ਵਿੱਚ ਹੀ ਅਪਲਾਈ ਕਰਾਂਗੇ। ਫਿਫਥ ਕੁਐਸਚਨ ਦੇ ਵਿੱਚ 2 ਨੰਬਰਸ ਨੇ, ਉਹਨਾਂ ਨੂੰ ਅਸੀਂ ਪਲੱਸ ਕਰਨਾ ਹੈ। ਹੁਣ ਬੱਚਿਓ ਪਲੱਸ ਕਰਨ ਦਾ 2 ਮੈਥਡ ਨੇ। ਜੇ ਤਾਂ ਸਾਡੇ ਕੋਲ ਡਿਨੋਮੀਨੇਟਰ ਸੇਮ ਹੁੰਦੇ, ਜੇ 1/2 + 1/2, ਜੇ ਡਿਨੋਮੀਨੇਟਰ ਸੇਮ ਹੁੰਦੇ ਤਾਂ ਫਿਰ ਅਸੀਂ ਸਿੰਪਲੀ ਕੀ ਕਰ ਦੇਣਾ ਸੀਗਾ, ਦੋਨਾਂ ਵਿੱਚੋਂ ਇੱਕ ਲਿਖ ਦੇਣਾ ਸੀਗਾ ਅਤੇ ਉੱਪਰ ਵਾਲੇ ਪਲੱਸ ਹੋ ਜਾਂਦੇ। ਲੇਕਿਨ ਹੁਣ ਇੱਥੇ 2 ਡਿਫਰੈਂਟ ਨੰਬਰ ਹੈ, 3 ਡਿਫਰੈਂਟ ਨੰਬਰ ਹੈ। ਉਸ ਟਾਈਮ 'ਤੇ ਬੱਚੇ ਅਸੀਂ ਕੀ ਕਰਦੇ ਹੁੰਦੇ ਹਾਂ, ਐਲਸੀਐਮ ਲੈਂਦੇ ਹੁੰਦੇ ਹਾਂ। ਅਤੇ ਅਸੀਂ 2 ਅਤੇ 3 ਦਾ ਐਲਸੀਐਮ ਲੈ ਲਿਆ 6, ਫਿਰ 6 ਨੂੰ 2 ਨਾਲ ਡਿਵਾਈਡ ਕੀਤਾ, ਆਨਸਰ ਆ ਗਿਆ 3। 3 ਨੂੰ ਫਿਰ 1 ਨਾਲ ਮਲਟੀਪਲਾਈ ਕੀਤਾ, ਉੱਪਰ ਆ ਗਿਆ ਸਾਡੇ ਕੋਲ 3। ਫਿਰ ਵਿਚਕਾਰ ਕਿਹੜਾ ਸਾਈਨ ਹੈ? ਪਲੱਸ ਦਾ, ਅਤੇ ਅਸੀਂ ਪਲੱਸ ਦਾ ਨਿਸ਼ਾਨ ਪਾ ਦਿੰਦੇ ਹਾਂ। ਫਿਰ 6 ਦੀ ਵਾਰੀ ਆ ਗਈ 3 ਦੇ ਨਾਲ। ਹੁਣ ਇਹਦੇ ਨਾਲ ਡਿਵਾਈਡ ਹੋਏਗਾ, 2 ਆਨਸਰ ਆ ਗਿਆ। ਉਸ 2 ਨੂੰ ਫਿਰ ਉੱਪਰ ਵਾਲੇ ਦੇ ਨਾਲ ਮਲਟੀਪਲਾਈ ਕੀਤਾ, ਆਨਸਰ ਆ ਗਿਆ 2 1 = 2। ਹੁਣ ਇਹਨੂੰ ਸੋਲਵ ਕਰਕੇ ਆ ਗਿਆ 3 + 2 = 5/6। ਬੀ ਕੁਐਸਚਨ ਕਰਦੇ ਹਾਂ। ਨੰਬਰ ਸੇਮ ਨੇ ਲੇਕਿਨ ਸਿਰਫ ਨਿਸ਼ਾਨ ਡਿਫਰੈਂਟ ਹੈ, ਕਿਤੇ ਮਾਈਨਸ ਹੈ ਕਿਤੇ ਪਲੱਸ ਹੈ। ਫਿਰ ਅਗੇਨ 2 ਅਤੇ 3 ਦਾ ਐਲਸੀਐਮ 6,
ਉੱਪਰ ਸਾਡੇ ਕੋਲ ਆ ਜਾਏਗਾ -3 + 2। ਇਹਨੂੰ ਬੱਚਿਓ ਸॉल्व करके आ गया -1/6। सी क्वेश्चन सेम है, सिर्फ नंबर्स दे निशान का फर्क है। 6 एलसीएम दोनों पासे माइनस का निशान, -3 ते -2 दोनों संख्यावां माइनस वालियां ने तो असी प्लस करांगे, निशान असी नैगेटिव का लवांगे, ये आ जाएगा -5/6। नैक्सट क्वेश्चन है 6 नंबर क्वेश्चन जो कि रियल नंबर लाइन है। तुसी रियल नंबर लाइन नू जानते हो कि किहो जी लाइन जिहदे सेंटर विच असी मानने ओरिजिन है, उहदे राइट हैंड साइड ते सारे पॉजिटिव नंबर लिखे जाते हैं 1 2 3 4 5 अप टू सो ऑन, तो उहदे लैफ्ट हैंड साइड ते नैगेटिव नंबर्स हुंदे ने। हुण एक चीज़ बच्चों तुसी याद रखनी है, तुहानूं दिखाई दे रहा सिर्फ नंबर्स इंटीजर्स दिखाई दे रहे हैं, लेकिन किसी भी दो संख्यावां दे विच अणगिणत संख्यावां हुंदियां ने। 0 ते 1 दे विचकार भी बहुत सारियां संख्यावां ने जिहड़ियां कि रैशनल्स नंबर्स हो सकते हैं या इररैशनल नंबर्स हो सकते हैं। कोई डेसीमल वाली संख्यावां भी इन्हां दे उपर असीं रिप्रजेंट कर सकते हाँ। हुण इस क्वेश्चन दे विच सानूं पुछा गया है कि -1 कित्थे है, तो असीं लभ लैंदे हां कि -1 इस पोजीशन ते है। उस तो बाद पूछा गया है कि 1/2 एक फ्रैक्शन भी की ये उपर प्रेजेंट हैगी है, तो 1/2 बच्चों कित्थे आंदा है 0 ते 1 दे बिल्कुल इन बिटवीन विचकार, 0 ते 1 दे बिल्कुल विचकार असीं लिखना है 1/2। तीसरा सानूं पूछा गया है कि 3/2 कित्थे है, तो बच्चों 3/2 जिहड़ा है 1 ते 2 दे विचकार प्रेजेंट है 3/2। इन्हें मैं दोबारा रिप्रजेंट करके दसन लगी हाँ। 0 अगर असी 1/2 2/2 या 3/2 के हिसाब नाल लिखिए, दो दे पार्ट्स असी करिए, जिवें 1 है ए 2 है ए 3 है, हरेक दे जो लिखा ना 1/2 3/2 टोटल असी हिस्से कर लेने हैं। ये हिस्से किते इत्थे आ गया ऐदा, और 0 ते 1 दे विचकार 1/2, अगला होएगा 2/2 वो कैंसल हो के 1 ही रह गया, फिर अगला होएगा 3/2, फिर 4/2, ताही दे बच्चों 4/2 कैंसल हो के की रह गया 2 रह गया। इस करके 3/2 जिहड़ा है 1 ते 2 दे बिल्कुल विचकार होवेगा। तो 5 कित्थे है, 5 तो सानू लाइन के उपर ही दिखाई दे रहा है, तो असीं उपर ही ड्रॉ कर लिया। ये सीगा रिप्रजेंट करना रियल नंबर लाइन ते वख-वख नंबरां नूं। हुण असीं 7th क्वेश्चन करांगे। 7th क्वेश्चन दे विच फ्रैक्शन की डेफिनेशन पूछी गई है कि फ्रैक्शन की है। फ्रैक्शन एक वो संख्या है, भिन्न एक वो संख्या है जिसनों P/Q रूप में लिखा होवे, जिथे P अते Q किहड़ियां संख्यावां होण, संपूर्ण संख्यावां होण। संपूर्ण मतलब इंटीजर्स, तुसीं ऐ लिखोगे फ्रैक्शनस दी या रैशनल नंबर दी पूरी डेफिनेशन, जिथे Q जिहड़ी है वो 0 ना होवे। 8th क्वेश्चन है, बहुत सिंपल है। एक बॉय है जिहड़ा रियल नंबर लाइन उपर चलदा पिया है, उसका बैक फुट कित्थे है ते फ्रंट फुट कित्थे है, कि पिछला पैर ते अगला पैर कित्थे है। पिछला पैर बच्चों इहदा 0 दे उपर है, तो इत्थे 0 लिख लो। अगला पैर इहदा 9/4 दे उपर है, तो 9/4 लिख लो। बहुत ईजी क्वेश्चन। अगला क्वेश्चन है 9वां, जो कि असी अंडररूट वाली संख्या मीनस इररैशनल नंबर नूं रियल नंबर उपर दर्शावांगे। इररैशनल नंबर्स किहड़े हुंदे ने, जिहड़े अंडररूट वाले हुंदे ने, जिन्हां दा दशमलव विस्तार अशांत अनआवर्ती हुंदा है, जिवें कि √2 √3 √5। हुण √4 बच्चों मैं क्यों नहीं लिखा विच, क्योंकि √4 जिहड़ा है वो पूर्ण एक वर्ग मूल है किहदा 2 दा। ठीक है, 2 √4 नूं अगर सॉल्व करिए तो की आंसर आता है 2। 2 की है एक रैशनल नंबर है, एक परिमेय संख्या है। इस करके ये जिहड़ियां संख्यावां ने √2 √3 √5 ये सारियां अपरिमेय संख्यावां ने। हुण असीं अपरिमेय संख्यावां नूं रैशनल एक नंबर लाइन के उपर दर्शावांगे। किवें दर्शावांगे, देखो एक नंबर लाइन लिखी हुई है,
डायरैक्ट असी √5 ते नहीं पहुँचना। असी की करांगे, सब तो पहले एक नंबर लाइन बच्चों ड्रॉ की, 0 तो 1 तक गए, फिर 0 तो 1 तक जिन्नी असी यूनिट लिया, जिन्नी असी लेंथ लई है, उहदे बिल्कुल परपेंडिकुलर एक होर लाइन ड्रॉ कर दो। असी एक लाइन ड्रॉ कर ली AP1, फिर इनू मिला दो, दो जिहड़ियां लाइन्स बनाई इन्होंने मिला दो, ये बन गई एक राइट एंगल ट्राइंगल। राइट एंगल ट्राइंगल किवें बनी है, क्योंकि इत्थे 90 डिग्री का एंगल हैगा, इत्थे 1 यूनिट है बच्चों, इत्थे 1 यूनिट है, तो अकॉर्डिंग टू पाइथागोरस थ्योरम जे किसी का आधार बेस 1 है, परपेंडिकुलर 1 है, तो वह हाईपोटेन्यूज कितना आ जाएगा √2। फिर असी O तो लैके इस पॉइंट तो लैके P1 पॉइंट तक कंपस नू खोलना है, कंपस नू यूज़ करना है, तो P तो इधर नू हेठां वाल एक आर्क लगा देनी है। ये जिहड़ी रिप्रजेंटेशन होएगी, ये होएगी बच्चों √2 दी। नैक्सट इस तरह असी उपर वाल नू जाना है, जिन्ना असी 1 दी यूनिट लई है, इत्थे भी असी 1 यूनिट लवांगे। फिर 90 डिग्री का एंगल बनाती हुई एक लाइन ड्रॉ करनी है 1 यूनिट की, फिर असी इनू बंद कर देवांगे, जो कि एक राइट एंगल ट्राइंगल दे विच बदल जाएगी। फिर पाइथागोरस थ्योरम के अनुसार ये जिहड़ा हाईपोटेन्यूज वाली लाइन बनाई है, ये √3 आ जाएगी। उस तो बाद फिर O तो लैके P2 तक असी कंपस नू खोलांगे, एक आर्क लगावांगे जो नंबर लाइन नू √3 ते कट करेगी। उस तो बाद फिर बच्चों इत्थों बिल्कुल एक लाइन परपेंडिकुलर असी ड्रॉ करांगे, इत्थों तक तुसी परपेंडिकुलर बना लेना। नाल एक्टिविटी कॉपी ते जरूर बनानी है तुसी। परपेंडिकुलर दे नाल सेम यूनिट लेना असी, ये √3 है, बेस 1 इहदा परपेंडिकुलर है, तो बच्चों इहदा हाईपोटेन्यूज आ गया √4। फिर असी O ते P3 जिन्नी कंपस नू खोल के एक होर आर्क लगावांगे, जो नंबर लाइन नू कट करेगी √4 ते। √4 देखियो तुसी बिल्कुल 0.2 ते होएगा। 1 साडे कोल हैगा इत्थे, ते 2 साडे कोल किहड़ा आएगा जिथे √4 आएगा। इस तरह असी यही सिस्टम नू अगे चलावांगे। 1 यूनिट की एक होर परपेंडिकुलर लवांगे लाइन, फिर दोनों लाइन्स नू बंद करांगे, एक राइट एंगल ट्राइंगल बनेगी, इहदा हाईपोटेन्यूज बनेगा √5। फिर O ते P4 तो फिर एक आर्क लगावांगे, जो कि एक नंबर लाइन नू कट करेगी एट पॉइंट जिथे √5 नू असीं दर्शा सकते हाँ। इस तरह बच्चों एक एक्टिविटी के राही √5 नू असीं नंबर लाइन ते रिप्रजेंट कर सकते हाँ। जे √6 कहना होए, फिर बच्चों O यह हैगा O P4, ये बिल्कुल परपेंडिकुलर एक लाइन बना दो सेम एक यूनिट की, फिर इनू बंद कर दो और यह जोड़ा आ जाएगा √6 आ जाएगा। इस तरह एक बड़ा ही सोहना फ्लावर बनेगा, जिहदे नाल असीं सारियां नंबरस नू रिप्रजेंट कर सकते हैं। आ देखो कितना अच्छा बन रहा है। इस तरीके नाल तुसीं ड्रॉ कर सकते हो। अपनी कॉपीज़ ते अगली एक्टिविटी जरूर करियो। नैक्सट क्वेश्चन है 10th क्वेश्चन, 3 ਅਤੇ 4 3 ਅਤੇ 4 ਵਿਚਕਾਰ 6 ਪਰਮੇय ਸੰਖਿਆਵਾਂ ਲਿਖਣੀਆਂ ਨੇ। ਹੁਣ 3 ਅਤੇ 4 ਕੀ ਹੈਗੀਆਂ ਨੇ? ਇਹ ਤਾਂ ਹੈਗੀਆਂ ਬੱਚੋ ਸਿੰਪਲ ਨੈਚੁਰਲ ਨੰਬਰ ਕਹਿ ਸਕਦੇ ਹਾਂ, ਜਾਂ 3/1 4/1 ਕਰਕੇ ਪਰਮੇय ਸੰਖਿਆਵਾਂ। ਹੁਣ ਇਹਨਾਂ ਦੇ ਵਿਚਕਾਰ ਤਾਂ ਅਣਗਿਣਤ ਨੰਬਰ ਹੋ ਸਕਦੇ ਆ, ਸਾਨੂੰ ਚਾਹੀਦੇ ਆ 6। ਉਹਦਾ ਤਰੀਕਾ ਕੀ ਹੈ ਕਿ ਪਹਿਲੇ ਇਹਨੂੰ ਥੋੜ੍ਹਾ ਜਿਹਾ ਵੱਡੀ ਕੋਈ ਪਰਮੇय ਸੰਖਿਆ ਦੇ ਵਿੱਚ ਚੇਂਜ ਕਰ ਲਓ। ਪਹਿਲਾ ਸਟੈਪ ਕੀ ਹੈ ਕਿ 3 ਨੂੰ 10 ਦੇ ਨਾਲ ਹੀ ਮਲਟੀਪਲਾਈ ਤੇ 10 ਦੇ ਨਾਲ ਹੀ ਬੱਚੋਂ ਡਿਵਾਈਡ ਕਰ ਲਓ। ਇਹਦੇ ਨਾਲ ਕੀ ਹੋਏਗਾ, ਉਹ 30/10 ਦੇ ਵਿੱਚ ਚੇਂਜ ਹੋ ਗਿਆ, ਇੱਕ ਵੱਡਾ ਨੰਬਰ ਬਣ ਗਿਆ ਜੋ ਕਿ ਪਰਮੇय ਸੰਖਿਆ ਦੇ ਰੂਪ ਵਿੱਚ ਹੈ। ਇਸੇ ਤਰ੍ਹਾਂ 30/10। ਇਸੇ ਤਰ੍ਹਾਂ 4 ਨੂੰ ਵੀ 10/10 ਦੇ ਨਾਲ ਮਲਟੀਪਲਾਈ ਕੀਤਾ, ਇਹ ਆ ਗਿਆ 40/10। ਹੁਣ ਬੱਚਿਓ ਦੋਨਾਂ ਦੇ ਵਿਚਕਾਰ ਸੰਖਿਆਵਾਂ ਲਿਖ ਲਓ, 31/10, 32/10, 33/10। ਇਹ ਆ ਗਈਆਂ 3 ਸੰਖਿਆਵਾਂ, ਸਾਨੂੰ ਚਾਹੀਦੀਆਂ ਨੇ 6। ਫਿਰ ਅੱਗੇ ਲਿਖੀ ਜਾਓ 34/10, 35/10 ਤੇ 36/10।
ये बन गई 6 विचकारलियां संख्यावां 3 ਅਤੇ 4 दी। अगला क्वेश्चन करते हैं, सॉल्व करना है असी 3 प्लस √3 इंटू 3 माइनस √3। बच्चे इनू सॉल्व करने वास्ते असी एक फॉर्मूला हुणे हुणे पढ़िया सीगा, a प्लस बी इंटू a माइनस बी। ये फॉर्मूले का आंसर की सीगा a² माइनस b²। यही फॉर्मूला असी ये अप्लाई करांगे। ये आ जाएगा 3 का स्केयर माइनस √3 का स्केयर। हुण तुहानूं पता होना चाहिए कि जिहड़ा वर्ग है तो वर्गमूल आपस में कैंसल आउट हो जाते हैं, तो आंसर रह गया साडे कोल 3 3 9 माइनस 3 विच इज़ इक्वल टू 6। नैक्सट हैगा 12 क्वेश्चन, सॉल्व करो। हुण घात अंक नियम सारे ने पढ़े हुए, एक्सपोनेंट्स रूल्स। उहदे विच की है, अगर बेस बराबर होवे तां असीं सिंगल लिख लैंदे आं बेस, ते पावर जिहड़ियां ने देखो 2/3 है ते 1/5 है, दोनों नूं की करांगे असीं प्लस करांगे। बच्चों एक्सपोनेंट्स रूल्स तुसीं पढ़े हुए है, अगर किसी दी भी पावर m है, मल्टीप्लाई दा विच निशान है, अगला सेम बेस है, पावर n है, तो वह आंसर की आएगा, इक्को वारी बेस लिखांगे तो पावर्स ऐड हो जांदियां ने। इस तरह असीं इन्हां नूं ऐड कर लवांगे। पावर्स हुण फ्रैक्शनस दे विच ने 2/3 प्लस 1/5, दोनों नूं असीं सॉल्व कर लवांगे। किवें सॉल्व करांगे असीं, फिर दोबारा एलसीएम लैके इहदा आंसर आ जाएगा 2⁻13/15 कि पावर्स की हो गई ऐड हो गई। बी क्वेश्चन है, पावर्स की भी पावर, एक होर एक्सपोनेंट रूल है, मैं इत्थे लिख देनी हाँ। नैक्सट बच्चों एक्सपोनेंट रूल है, अगर किसी की पावर होवे उहदे उपर होर एक पावर बनाई जाए तो फिर असी पावर्स नूं मल्टीप्लाई कर लैंदे हैं, m इंटू n। हुण पावर किहड़ी है 2/3 ते 1/5, दोनों नूं मल्टीप्लाई कर लिया। बेस सेम रहा 2, उपर 2 1s 2 ते 3 5s 15। आंसर आ गया साडे कोल 2⁻2/15। जेकर विचकार मल्टीप्लाई का निशान है तो बच्चों पावर्स प्लस होंदियां ने, ते जे पावर्स के उपर पावर है तो पावर्स जिहड़ियां ने मल्टीप्लाई हो जांदियां ने। हुण असीं नैक्सट क्वेश्चन करते हैं 13th क्वेश्चन। 13th क्वेश्चन दे विच बच्चों असीं दशमलव रूप दसना है, डेसीमल फॉर्म। हुण 2/11 नूं ये तां हैगी है साडे कोल परमेय संख्या, ठीक है, लेकिन इनू असीं पहले डेसीमल दे विच कन्वर्ट करांगे। किवें करांगे, डिवाइड कर दिंने आ। 2 नूं 11 दे नाल डिवाइड करिए तां 2 छोटा रह जाता है, इत्थे फिर अपने कोलों सानूं 0 लगानी पेगी और आंसर विच असीं पॉइंट लगावांगे। फिर 11 का टेबल पढ़ांगे, 11 1 इज़ 11, 20 दे विचों 11 माइनस करांगे तो आ जाएगा 9, अपने कोलों असीं 0 लिख लैंदे आ, 90 बन गया। फिर 11 का टेबल पढ़िया 90 तक तो बन गया 11 8 का 88। उस तो बाद वापस माइनस करके आ गया 2, फिर 0 लिखी, फिर 1 आ गया, फिर बच्चों 11 आ गया, फिर 9 बन गया। इट मीनस ये जो क्वेश्चन है ये चलता पिया है, ख़त्म नहीं होया। इस करके 2/11 का डेसीमल फॉर्म दे विच आ गया 0.181818 डैश डैश डैश। मतलब यह सवाल खत्म नहीं होया तो इनू असीं कहने अशांत, इसका जिहड़ा दशमलव रूप है वो है अशांत आवर्ती। इक्को चीज़ बार बार रिपीट हो रही है, 181818। इनू असीं सिंपली 0.18 बार भी लिख सकते हैं। हुण रिपीट हो रहा ना, इस करके बच्चों इनू लिखांगे अशांत आवर्ती। इंग्लिश विच असीं इनू लिखांगे नॉन टर्मीनेटिंग पर रिपीटिंग यूनिट। रिपीट हो रहा वा लेकिन नॉन टर्मीनेटिंग है, ख़त्म नहीं हो रहा। 14th क्वेश्चन है, एक परमेय संख्या अते अपरमेय संख्यावां दा गुणनफल किहदे बराबर आएगा। जदों भी असीं रैशनल ते इरैशनल नंबर का प्रोडक्ट करते हैं बच्चों तो वह हमेशा इरैशनल ही आता है। अपरमेय संख्या लिखो इत्थे अपरिमेय संख्या होंदी है।
ਇਹਦੀ ਜਿਹੜੀ ਐਗਜ਼ਾਮਪਲ ਹੈ ਉਹ 15 ਕੁਐਸਚਨ ਦੇ ਵਿੱਚ ਹੀ ਦਿੱਤੀ ਹੋਈ ਹੈ। 15 ਦੇ ਵਿੱਚ ਅਸੀਂ ਸਾਰਿਆਂ ਦੇ ਦੇਖੋ ਕੀ ਕਰਨਾ ਹੈ, ਨੰਬਰਸ ਦਿੱਤੇ ਹੋਏ ਅਸੀਂ ਪ੍ਰੋਡਕਟ ਕਰਨ ਲੱਗੇ ਹਾਂ। ਪ੍ਰੋਡਕਟ ਮਤਲਬ ਅਸੀਂ ਉਹਨਾਂ ਦਾ ਗੁਣਨਫਲ ਕਰਨ ਲੱਗੇ ਹਾਂ, ਗੁਣਾ ਕਰੀਏ। ਚਲੋ ਕਰਦੇ ਹਾਂ। ਸਾਰੇ ਨੰਬਰਸ ਦਿੱਤੇ ਹੋਏ ਨੇ, ਉਹਨਾਂ ਦੇ ਵਿਚਕਾਰ ਮਲਟੀਪਲਾਈ ਦਾ ਨਿਸ਼ਾਨ ਲਿਖ ਕੇ ਲਿਖ ਲੈਂਦੇ ਹਾਂ। ਪਹਿਲੀ ਟਰਮ ਹੈਗੀ ਆ √3, ਫਿਰ ਮਲਟੀਪਲਾਈ ਦਾ ਨਿਸ਼ਾਨ ਬਣਾ ਲਓ, ਫਿਰ 4√3 ਲਿਖ ਲਓ, ਫਿਰ ਮਲਟੀਪਲਾਈ ਦਾ ਨਿਸ਼ਾਨ, ਫਿਰ 12। ਹੁਣ ਜਿਹੜਾ ਬੱਚਿਓ ਅੰਦਰ ਹੈਗਾ ਸਾਡੇ ਕੋਲ 243, 243 ਦੇ ਪਹਿਲੇ ਤੁਸੀਂ ਅਪਾਜ ਗੁਣਨਖੰਡ ਬਣਾ ਲਓ, ਉਹਦੇ ਛੋਟੇ ਛੋਟੇ ਟੁਕੜੇ ਕਰ ਲਓ, ਪ੍ਰਾਈਮ ਫੈਕਟਰਾਈਜੇਸ਼ਨ। 3 ਦੇ ਪਹਾੜੇ 'ਤੇ ਜਾਏਗਾ 81, ਫਿਰ 3 ਤੇ ਗਿਆ 27, ਫਿਰ 3 ਤੇ ਗਿਆ 9, ਫਿਰ 3 ਤੇ ਗਿਆ 3। ਉਨੀ ਦੇਰ ਤੱਕ ਬੱਚੋਂ ਅਸੀਂ ਕਰਾਂਗੇ ਜਿੰਨੀ ਦੇਰ ਤੱਕ ਥੱਲੇ 1 ਨਹੀਂ ਆਉਂਦਾ। ਹੁਣ ਇਹ ਸਾਰੇ ਜਿਹੜਾ ਹੈਗਾ ਇਹਦੇ ਛੋਟੇ ਛੋਟੇ ਅਪਾਜ ਗੁਣਨਖੰਡ ਦੇ ਰੂਪ 'ਚ ਲਿਖ ਲਿਆ, ਕਿਉਂਕਿ ਅਸੀਂ 243 ਨੂੰ ਸੋਲਵ ਕਰਨਾ ਚਾਹੁੰਦੇ ਹਾਂ। ਇਹ ਕਿੰਨੀ ਵਾਰੀ ਆ ਗਿਆ? 5 ਵਾਰੀ ਆ ਗਿਆ। ਹੁਣ ਬੱਚਿਓ ਕੀ ਕਰਾਂਗੇ ਅਗਲੇ ਸਟੈਪ ਦੇ ਵਿੱਚ ਕਿ ਆ ਜਿਹੜੇ ਅੰਦਰ ਹੈਗੇ ਆ ਪੇਅਰ ਹੈ, ਆ ਵੀ ਜੋੜੇ ਵਿੱਚ ਹੈ, ਉਹਨੂੰ ਬਾਹਰ ਲਿਖ ਲਾਂਗੇ। ਹੁਣ ਬਾਹਰ ਜਿਹੜੇ ਆਲਰੇਡੀ 3 ਵੀ ਬਾਹਰ ਹੈ, ਅੰਡਰ ਰੂਟ ਤੋਂ 4 ਵੀ ਬਾਹਰ ਹੈ, 3 ਚੋਂ ਕੇ 12 ਅਤੇ ਫਿਰ 12, ਇਹ ਤਾਂ ਸਾਰੇ ਡਾਇਰੈਕਟ ਮਲਟੀਪਲਾਈ ਹੋ ਸਕਦੇ ਆ। ਇਹ ਬਣ ਗਿਆ 12 12 144, 3 ਚੋਂ ਕੇ 12 ਅਤੇ ਫਿਰ 12 ਨੂੰ 12 ਨਾਲ ਮਲਟੀਪਲਾਈ ਕੀਤਾ 144। ਹੁਣ ਇਹ ਬਚਿਆ ਸਾਡੇ ਕੋਲ √3 ਅਤੇ √3। ਬੱਚੋ ਸੇਮ ਤਰ੍ਹਾਂ ਦਾ ਹੋਏ ਅੰਡਰ ਰੂਟ ਦੇ ਵਿੱਚ ਸੇਮ ਜਦੋਂ ਨੰਬਰ ਹੋਣ ਤਾਂ ਸਿੰਪਲ ਉਹਦਾ ਆਨਸਰ ਆ ਜਾਂਦਾ 3। ਅਗਰ ਇੱਥੇ √2 ਨੂੰ √2 ਨਾਲ ਕਰਨਾ ਹੋਵੇ ਤਾਂ ਉਹਦਾ ਆਨਸਰ ਆ ਜਾਂਦਾ ਹੈ 2, ਕਿਉਂਕਿ ਕਿਵੇਂ ਆਉਂਦਾ ਹੈ √3 ਦੀ ਪਾਵਰ 2 ਬਣ ਗਈ, ਇਹਦੇ ਨਾਲ ਇਹ ਕੈਂਸਲ ਹੋ ਗਿਆ, ਇਕੱਲਾ 3 ਆ ਗਿਆ। ਹੁਣ ਅਸੀਂ ਕੀ ਕਰਾਂਗੇ, ਇੱਥੇ √3 ਦੇ √3 ਨੂੰ ਮਲਟੀਪਲਾਈ ਕਰਕੇ ਇਕੱਲਾ 3 ਆ ਗਿਆ। ਹੁਣ ਜਿਹੜੇ ਅਸੀਂ ਅੰਦਰ ਲਿਖੇ ਹੋਏ ਆ ਪੇਅਰ ਦੀ ਫੋਰਮ ਦੇ ਵਿੱਚ, ਉਹ ਵੀ ਇੱਕ ਬਾਹਰ ਆ ਗਿਆ। ਇੱਧਰ ਵਾਲਾ ਵੀ ਜੋੜਾ ਸੀਗਾ ਉਹ ਵੀ ਬਾਹਰ ਆ ਗਿਆ। ਅੰਦਰ ਹੁਣ ਕੀ ਬਚ ਗਿਆ ਬੱਚਿਓ, ਇਕੱਲਾ √3। 144, 3 3 ਅਤੇ 3 ਇਹ ਵਰਗਮੂਲ ਤੋਂ ਬਾਹਰ ਨੇ, ਇਹਨਾਂ ਨੂੰ ਮਲਟੀਪਲਾਈ ਕਰਕੇ 3 8 8 8 ਅਤੇ ਅੰਦਰ ਸਾਡੇ ਕੋਲ ਰਹਿ ਗਿਆ ਵਰਗਮੂਲ ਦੇ ਅੰਦਰ ਸਿਰਫ √3। ਇਹ ਸਾਡੇ ਕੋਲ ਆਨਸਰ ਆਏਗਾ ਦ ਪ੍ਰੋਡਕਟ ਆਫ ਦੀਜ਼ ਨੰਬਰਸ, ਕਿ ਇਹਨਾਂ ਤਿੰਨਾਂ ਸੰਖਿਆਵਾਂ ਦਾ ਗੁਣਨਫਲ ਹੋਏਗਾ 3888 √3। ਹੁਣ ਅਸੀਂ 16 ਕੁਐਸਚਨ ਕਰਾਂਗੇ। 16 ਕੁਐਸਚਨ ਦੇ ਵਿੱਚ ਟੌਪਿਕ ਹੈ ਰੈਸ਼ਨਲਾਈਜ਼ ਆਫ ਡਿਨੋਮੀਨੇਟਰ, ਹਰਾਂ ਦਾ ਪਰਮੇਈਕਰਨ। ਕਿ ਹਰ ਮਤਲਬ ਜੋ ਡਿਨੋਮੀਨੇਟਰ ਦੇ ਵਿੱਚ ਹੈ, ਥੱਲੇ ਹੈ, ਥੱਲੇ ਕਦੀ ਵੀ ਅਪਰਮੇय ਸੰਖਿਆਵਾਂ ਨੂੰ ਨਹੀਂ ਲਿਖਣਾ। ਉਹਨਾਂ ਸਾਰਿਆਂ ਨੂੰ ਕਿੱਦਾਂ ਲਿਖਣਾ, ਜੇ ਉੱਪਰ ਮਤਲਬ ਨਿਊਮੀਰੇਟਰ ਦੇ ਵਿੱਚ, ਅੰਸ਼ ਵਿੱਚ ਅਸੀਂ ਇਹਨੂੰ ਲਿਖ ਸਕਦੇ ਹਾਂ, ਲੇਕਿਨ ਜੇ ਕਿਤੇ ਹਰਾਂ ਵਿੱਚ ਪ੍ਰੈਜ਼ੈਂਟ ਹੈਗਾ ਨਾ, ਉਹਨੂੰ ਚੇਂਜ ਕਰ ਦਿਓ। ਉਹਨਾਂ ਨੂੰ ਅਸੀਂ ਕੀ ਕਰ ਲੈਣਾ, ਚੇਂਜ ਕਰ ਦੇਣਾ। ਸਮਝ ਲਓ ਤੁਸੀਂ ਕਿ ਕੋਈ ਵੀ ਸੰਖਿਆ ਹੈਗੀ ਹੈ, ਮੰਨ ਲਓ ਬਟਿਆਂ ਦੇ ਵਿੱਚ ਲਿਖੀ ਹੋਈ ਹੈ, ਹੇਠਾਂ ਕੋਈ ਆ ਗਿਆ ਨਾ ਅੰਡਰ ਰੂਟ ਵਾਲੀ ਵੈਲਿਊ, ਤਾਂ ਉਹ ਤੁਸੀਂ ਹਮੇਸ਼ਾ ਹੀ ਉਹਨੂੰ ਰੈਸ਼ਨਲਾਈਜੇਸ਼ਨ ਕਰਨਾ ਹੈ। ਉਹਨੂੰ ਇਸੇ ਤਰ੍ਹਾਂ ਇੱਕ ਤਰੀਕੇ ਨਾਲ ਨਹੀਂ ਰਹਿਣ ਦੇਣਾ ਕਦੀ ਵੀ। ਸਮਝ ਲਓ ਸੋਹਣਾ ਹੀ ਨਹੀਂ ਲੱਗਦਾ। ਉਸ ਟੌਪਿਕ ਦਾ ਨਾਮ ਹੈ ਹਰਾਂ ਦਾ ਪਰਮੇਈਕਰਨ, ਰੈਸ਼ਨਲਾਈਜ਼ ਦਾ ਡਿਨੋਮੀਨੇਟਰ। ਹੁਣ ਇਹਦਾ ਤਰੀਕਾ ਸਮਝ ਲਓ, ਜੋ ਵੀ ਤੁਹਾਨੂੰ ਸਟੇਟਮੈਂਟ ਲਿਖੀ ਹੋਈ ਹੈ ਉਹਨੂੰ ਮਲਟੀਪਲਾਈ ਕਰਨਾ ਹੈ ਜੋ ਹੇਠਾਂ ਪਿਆ ਹੋਇਆ। ਹੇਠਾਂ ਕੀ ਹੈ, √7 ਮਾਈਨਸ √6। ਸੇਮ ਲਿਖਣਾ ਹੈ ਲੇਕਿਨ ਨਿਸ਼ਾਨ ਚੇਂਜ ਕਰ ਦੇਣਾ। ਇੱਥੇ ਨਿਸ਼ਾਨ ਕਿਹੜਾ ਹੈ, ਹੇਠਾਂ ਮਾਈਨਸ ਦਾ, ਅਤੇ ਬੱਚੇ ਉੱਪਰ ਹੋ ਜਾਏਗਾ ਪਲੱਸ ਦਾ। ਸੇਮ ਜੋ ਥੱਲੇ ਪਿਆ ਹੋਇਆ ਉਹਦੇ ਨਾਲ ਹੀ ਮਲਟੀਪਲਾਈ, ਅਤੇ ਉਹਦੇ ਨਾਲ ਹੀ ਅਸੀਂ ਡਿਵਾਈਡ ਕਰ ਦੇਣਾ। ਇਹ ਹੈਗਾ ਫਸਟ ਸਟੈਪ। ਉਸ ਤੋਂ ਬਾਅਦ ਫਸਟ ਸਟੈਪ ਨੂੰ ਸੋਲਵ ਕਰ ਲੈਣਾ। ਸੋਲਵ ਕਰਾਂਗੇ, ਇੱਕ ਨੂੰ √7 ਨਾਲ, ਇੱਕ ਨੂੰ √6 ਨਾਲ ਮਲਟੀਪਲਾਈ ਕੀਤਾ, ਸੇਮ ਉੱਪਰ ਆ ਗਿਆ √7 ਪਲੱਸ √6। ਨੀਚੇ ਵਾਲੀ ਸਾਈਡ ਤੇ ਦੇਖੋ ਫਾਰਮੂਲਾ ਲੱਗ ਰਿਹਾ। ਫਾਰਮੂਲਾ ਕਿਹੜਾ ਹੈ, a + b a - b ਵਾਲਾ ਫਾਰਮੂਲਾ, ਵਿਚ ਇਜ਼ ਇਕੁਅਲ ਟੂ a² - b²। ਤੇ ਨੀਚੇ ਫਾਰਮੂਲਾ ਲੱਗੇਗਾ √7² - √6²। ਹੁਣ ਸਕੇਅਰ ਤੇ ਸਕੇਅਰ ਰੂਟ ਕੈਂਸਲ ਹੋ ਗਏ, ਇਕੱਲਾ ਕੀ ਰਹਿ ਗਿਆ ਸਾਡੇ ਕੋਲ 7 - 6।
तो 7 कला रह गया, 6 कला रह गया, तो बच्चों इसका आंसर आ गया 1। डिनोमीनेटर विच कला 1 आंसर आ गया। दिस इज़ द फाइनल आंसर ऑफ 16th क्वेश्चन। इस तरह तुसी 16th का 7th क्वेश्चन कर सकते हो। सेम लिखना है, सिर्फ निशान चेंज कर देने हैं। हुण नीचे की सीगा प्लस सीगा, असी निशान चेंज कर लिया, माइनस का लगा लिया। सेम ये ही असी की कर रहे हैं, डिवाइड भी करना है। फिर उस तो बाद 1 दे नाल इनू भी मल्टीप्लाई, इनू भी मल्टीप्लाई, उपर रह गया √5 माइनस √2 और नीचे फॉर्मूला लग्या √5 स्क्वेयर माइनस √2 स्क्वेयर विच इज़ अगेन कैंसल और फाइनल आंसर आ गया ऊपर सेम, नीचे 3, क्योंकि 5 माइनस 2 इज इक्वल टू 3। ये सीगा बच्चों 16th क्वेश्चन। हुण असी नैक्सट करांगे 17th क्वेश्चन। बहुत ईजी है, 2 नंबर्स दिते हुए ने, इन्हों असी डिवाइड करन लगे हाँ। बस डिवाइड का निशान बना दो, बार कैंसल हो गए, 2 1s दा 2, 4 2s दा 8। हुण अंदर बाहर तो 4 रह गया, अंदर देखो की है, अगर उपर भी वर्गमूल का निशान है, हेठां भी वर्गमूल का निशान है, तो असीं उहनूं इक्को दे विच बंद कर सकते हैं। अंडर रूट इक्को निशान बना के असीं लगा सकते हैं। और 15 के 2 हिस्से कर ले, 3 × 5 मतलब दे अभाज गुणनखंड बना ले, प्राइम फैक्टर बना ली। नीचे हैगा 3, 3 ना 3 कैंसल और आंसर आ गया 4√5। नैक्सट क्वेश्चन है 18, जिहदे विच 2 परमेय संख्यावां दित्तियां होईयां ने, लेकिन उन्हां दे विचकार अपरमेय संख्यावां लभणीआं है। हुण बिल्कुल डिफरेंट होएगा इहदा तरीका। किवें करना है बच्चों, 5/7 नूं तुसीं डिवाइड करना है। जिवें असीं 2/11 नूं कीता सी ना, सेम उस तरह 5/7 नूं तुसीं अगर डिवाइड करोगे तो तुहाडा आंसर आना 0.714285 बार। बार मतलब बार बार यही चीज़ रिपीट हो रही है। तो 9/11 का आंसर आएगा 0.81 बार। हुण इन्हां दोनों नंबरों के विचकार असी 3 ਵੱਖ-ਵੱਖ अपरमेय संख्यावां लभणीआं है। तो वो तुसीं लिख लो, बहुत ईजी वालियां संख्यावां जिहड़ियां तुहानूं याद ही हो जाण। वो हैगियां 0.72 722 722 डैश डैश डैश। अगली संख्या 0.73 733 फिर 7 3 बारी 3 फिर डैश डैश डैश। नैक्सट याद कर लो 74 744 7444। ਇਹ वालियां 3 साडे कोल आ गईयां ਵੱਖ-ਵੱਖ अपरमेय संख्यावां जो 5/7 ते 9/11 ਦੇ ਵਿਚਕਾਰ है। लास्ट क्वेश्चन ऑफ दिस वर्कशीट 19th क्वेश्चन। अजिहियां 3 संख्यावां लिखो जिन्हां दा दशमलव विस्तार अशांत अनआवर्ती होवे। कोई असी 3 डेसीमल एक्सपेंशनस इहो ਜਿਹੇ नंबर्स लिखते हैं जिन्हां दा डेसीमल एक्सपेंशन नॉन टर्मीनेटिंग ते नॉन रैकरिंग होवे, मीनस नॉन रिपीटिंग होवे। बच्चों तुसीं याद ही कर लो, एक तो हैगा पाई, ठीक है, पाई की वैल्यू कितनी होंदी है याद करो 3.1415963 डैश डैश डैश। मतलब कोई भी टर्म रिपीट नहीं हो रही और यह खत्म भी नहीं हो रही वैल्यूज़। एक तुसीं बच्चों याद कर लो √2 दी, क्योंकि तुहानूं क्वेश्चनस दे विच कई बारी याद करनी पैनी है, लिखनी होंदी है, यूज़ करनी होंदी है। उहदा लिखो 1.41 थोड़ा रब करते हैं। हुण लिखो 1.4142136562 डैश डैश डैश। एक कोई सौखी जी याद कर लो 0.10110110 डैश डैश डैश। ये हो गई 3 एग्जाम्पल्स जिहड़ियां दे दशमलव विस्तार अशांत अनआवर्ती हैं। हुण बच्चों असी नैक्सट वीडियो दे विच वर्कशीट नंबर 2 नूं सॉल्व करांगे। थैंक यू सो मच फॉर वॉचिंग।